Hello dear students, welcome back to my YouTube channel. So students, ਅੱਜ ਅਸੀਂ ਕਰਾਂਗੇ 12th class ਦੀ second poem on friendship. It is written by Kahlil Gibran. ਤਾਂ ਇਹਦੇ ਬਾਰੇ ਧਿਆਨ ਨਾਲ ਦੇਖਿਓ ਐਂਡ ਸੁਣਿਓ. ਸੋ ਅਸੀਂ ਇੱਥੋਂ ਪੜ੍ਹਨਾ ਸਟਾਰਟ ਕਰਦੇ ਹਾਂ. ਬਾਕੀ ਜਿਹੜੀਆਂ ਲਾਈਨਸ ਆ ਇਹ ਇੰਟਰੋਡਕਟਰੀ ਲਾਈਨਸ ਆ ਅਬਾਊਟ ਦ ਪੋਇਮ. ਕਦੋਂ ਲਿਖੀ ਗਈ ਸੀ, ਕਿਹਨੇ ਲਿਖੀ ਆ, ਥੀਸ ਆਰ ਅਬਾਊਟ ਦੈਟ. ਇੱਥੋਂ ਸਟਾਰਟ ਕਰਦੇ ਹਾਂ ਅਸੀਂ ਆਪਣੀ ਪੋਇਮ ਦੇ ਲਈ. And a youth said, speak to us of friendship. ਕਹਿੰਦੇ ਇੱਕ ਨੌਜਵਾਨ ਕਵੀ ਜਿਹੜਾ ਆਪਣੀ ਦੋਸਤੀ ਬਾਰੇ ਸਾਨੂੰ ਦੱਸਦਾ ਹੈ. Your friendship is your needs answered. ਤੁਹਾਡਾ ਦੋਸਤ ਤੁਹਾਡੀਆਂ ਲੋੜਾਂ ਪੂਰੀਆਂ ਕਰਦਾ. ਮਤਲਬ ਕਿ ਇੱਕ ਜਿਹੜਾ ਸਾਨੂੰ ਕਵੀ ਜੋ ਵੀ ਸਮਝਾ ਰਿਹਾ ਉਹ ਸਮਝਾ ਰਿਹਾ ਇੱਕ ਦੋਸਤੀ ਦੇ ਬਾਰੇ. ਉਹ ਇਸ ਸਾਰੀ ਪੋਇਮ ਦੇ ਵਿੱਚ ਸਾਨੂੰ ਇੱਕ ਫਰੈਂਡਸ਼ਿਪ ਦੇ ਬਾਰੇ ਦੱਸਦਾ ਆ. ਕਹਿੰਦੇ ਕਿ ਜਿਹੜਾ ਸਾਡਾ ਦੋਸਤ ਆ ਨਾ ਉਹ ਸਾਡੀਆਂ ਸਾਰੀਆਂ ਜ਼ਰੂਰਤਾਂ ਦਾ ਜਵਾਬ ਆ. ਕਿ ਜੋ ਵੀ ਸਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਆ ਤਾਂ ਸਾਡਾ ਦੋਸਤ ਸਾਡੇ ਲਈ ਹਮੇਸ਼ਾ ਹੈਲਪਫੁਲ ਰਹਿੰਦਾ ਅਤੇ ਆਲਵੇਜ਼ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਤਿਆਰ ਰਹਿੰਦਾ. ਥਰਡ ਲਾਈਨ ਆ, ਹੀ ਇਜ਼ ਯੂਅਰ ਫੀਲਡ. ਕਹਿੰਦੇ ਉਹ ਖੇਤ ਆ. ਵਿਚ ਯੂ ਸੋ, ਜਿਹਦੇ ਵਿੱਚ ਤੁਸੀਂ ਕੀ ਸੋ ਕਰਦੇ, ਕੀ ਬੀਜਦੇ ਆ. ਵਿਦ ਲਵ ਐਂਡ ਰੀਪ ਵਿਦ ਥੈਂਕਸ ਗਿਵਿੰਗ, ਜਿਹਦੇ ਵਿੱਚ ਤੁਸੀਂ ਪਿਆਰ ਬੀਜਦੇ ਆ ਅਤੇ ਪਿਆਰ ਹੀ ਕੱਟਦੇ ਆ. ਮਤਲਬ ਕਿ ਤੁਸੀਂ ਆਪਣੇ ਰਿਲੇਸ਼ਨ ਦੇ ਵਿੱਚ ਇਮੋਸ਼ਨਸ ਜਿਹੜੇ ਆ ਤੁਹਾਡੇ ਉਹ ਪਿਆਰ ਵਾਲੇ ਆ. ਤੁਸੀਂ ਅਗਰ ਪਿਆਰ ਉਹਨੂੰ ਦਿੰਦੇ ਹੋ ਤਾਂ ਉਹ ਤੁਹਾਨੂੰ ਪਿਆਰ ਦਿੰਦਾ ਆ. ਠੀਕ ਹੈ, ਵਿਦ ਥੈਂਕਸ, ਧੰਨਵਾਦ ਦੇ ਨਾਲ. ਐਂਡ ਹੀ ਇਜ਼ ਯੂਅਰ ਬੋਰਡ ਐਂਡ ਯੂਅਰ ਫਾਇਰ ਸਾਈਡ. ਕਹਿੰਦੇ ਉਹ ਤੁਹਾਡਾ ਕੀ ਆ, ਬੋਰਡ ਵੀ ਆ ਅਤੇ ਨਾਲੇ ਹੋਰ ਕੀ ਆ, ਅੰਗੀਠੀ ਵੀ. ਅੰਗੀਠੀ ਕੀ ਹੁੰਦਾ, ਜਿਹਦੇ ਵਿੱਚ ਅਸੀਂ ਅੱਗ ਬਾਲਦੇ ਹਾਂ. ਠੀਕ ਹੈ, ਉਹ ਤੁਹਾਡੀ ਫਾਇਰ ਸਾਈਡ ਵੀ ਆ ਅਤੇ ਉਹ ਤੁਹਾਡਾ ਇੱਕ ਬੋਰਡ ਵੀ ਹੈ ਜਿਹੜਾ ਹਮੇਸ਼ਾ ਤੁਹਾਡੇ ਨਾਲ ਖੜਾ ਰਹਿੰਦਾ ਹੈ, ਹਮੇਸ਼ਾ ਤੁਹਾਡੇ ਨਾਲ ਸਪੋਰਟਿਵ ਰਹਿੰਦਾ. ਫॉर ਯੂ ਕਮ ਟੂ ਹਿਮ ਵਿਦ ਯੂਅਰ ਹੰਗਰ. ਕਹਿੰਦੇ ਤੁਸੀਂ ਹਮੇਸ਼ਾ ਉਹਦੇ ਕੋਲ ਜਾਂਦੇ ਹੋ ਇੱਕ ਹੰਗਰ 'ਚ. ਇੱਕ ਹੰਗਰ ਮਤਲਬ ਇੱਕ ਭੁੱਖ ਦੇ ਵਿੱਚ ਤੁਸੀਂ ਉਹ ਤੋਂ ਚਾਹੁੰਦੇ ਹੋ ਕਿ ਹਾਂ ਮੈਨੂੰ ਆਹ ਚੀਜ਼ ਦੀ ਜ਼ਰੂਰਤ ਆ. ਕਿਸ ਚੀਜ਼ ਦੀ ਜ਼ਰੂਰਤ ਆ? ਹਮੇਸ਼ਾ ਇਨਸਾਨ ਇਮੋਸ਼ਨਲੀ ਚੀਜ਼ਾਂ ਨਾਲ ਕਨੈਕਟਡ ਜ਼ਿਆਦਾ ਹੁੰਦਾ ਅਤੇ ਉਹ ਇਮੋਸ਼ਨਸ ਦੇ ਲਈ ਆਪਣੇ ਫਰੈਂਡਸ ਕਨੈਕਟ ਕਰਦਾ. ਆਈ ਮੀਨ ਫਰੈਂਡਸ ਨਾਲ ਕਨੈਕਟੀਵਿਟੀ ਰੱਖਦਾ. ਸੋ ਜਦੋਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ, ਕੋਈ ਸਵਾਲ ਸਾਡੇ ਮਾਇੰਡ ਦੇ ਵਿੱਚ ਸਟਰਕ ਆ, ਕੋਈ ਚੀਜ਼ ਸਾਨੂੰ ਪਰੇਸ਼ਾਨ ਕਰਦੀ, ਸੀ ਸਭ ਤੋਂ ਪਹਿਲਾਂ ਆਪਣੇ ਦੋਸਤ ਨਾਲ ਸਲਾਹ ਕਰੀਦੀ ਆ. ਇਵਨ ਦੋ ਕਿ ਅਸੀਂ ਫੈਮਿਲੀ ਨੂੰ ਵੀ ਬਾਅਦ ਵਿੱਚ ਪ੍ਰੈਫਰ ਕਰੀਦਾ. ਸੋ ਅਸੀਂ ਇੱਕ ਹੰਗਰ ਦੇ ਲਈ ਆਪਣੇ ਦੋਸਤ ਦੇ ਕੋਲ ਜਾਂਦੇ ਹਾਂ. ਠੀਕ ਹੈ, ਐਂਡ ਯੂ ਸੀਕ ਹਿਮ ਫॉर ਪੇਸ. ਅਤੇ ਬਦਲੇ ਵਿੱਚ ਉਹਦੇ ਤੋਂ ਕੀ ਲੈਂਦੇ ਹਾਂ, ਸ਼ਾਂਤੀ. ਮਨ ਨੂੰ ਸ਼ਾਂਤੀ ਸਾਨੂੰ ਮਿਲਦੀ ਹੈ ਜਦੋਂ ਅਸੀਂ ਉਹਦੇ ਤੋਂ ਜਾਂਦੇ ਹਾਂ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ. when your friend speaks his mind, you fear not the nay in your own mind, nor do you withhold the hay. ਕਹਿੰਦੇ ਜਦੋਂ ਤੁਸੀਂ ਆਪਣੇ ਦੋਸਤ ਕੋਲ ਜਾਂਦੇ ਆ ਜਾਂ ਜਦੋਂ ਤੁਹਾਡੇ ਦੋਸਤ ਨਾਲ ਤੁਸੀਂ ਗੱਲਬਾਤ ਕਰਦੇ ਆ, ਤੁਸੀਂ ਬਿਲਕੁਲ ਵੀ ਨਹੀਂ ਝਿਜਕਦੇ, ਬਿਲਕੁਲ ਵੀ ਨਹੀਂ ਡਰਦੇ. ਕੋਈ ਫੇਅਰ ਨਹੀਂ ਹੁੰਦਾ ਤੁਹਾਡੇ ਮਨ ਦੇ ਵਿੱਚ ਨਾ ਕਹਿਣ ਦੇ ਲਈ. ਨਾ ਤੁਸੀਂ ਉਹਨੂੰ ਨਾ ਕਹਿਣ ਤੋਂ ਡਰਦੇ ਅਤੇ ਨਾ ਹੀ ਤੁਸੀਂ ਉਹਨੂੰ ਹਾਂ ਕਹਿਣ ਤੋਂ ਡਰਦੇ ਆ. ਐਂਡ ਵੈਨ ਹੀ ਇਜ਼ ਸਾਇਲੈਂਟ ਯੂਰ ਹਾਰਟ ਕੀਜ਼ਿਜ਼ ਨੋਟ ਟੂ ਲਿਸਨ ਟੂ ਹਿਜ਼ ਹਾਰਟ. ਕਹਿੰਦੇ ਜਦੋਂ ਉਹ ਬਿਲਕੁਲ ਸ਼ਾਂਤ ਹੋ ਜਾਂਦਾ ਤਾਂ ਤੁਹਾਡਾ ਹਾਰਟ ਵੀ ਰੁਕ ਜਾਂਦਾ, ਇੱਕਦਮ ਸ਼ਾਂਤ ਹੋ ਜਾਂਦਾ ਕਿ ਤੁਸੀਂ ਕਿ ਤੁਸੀਂ ਉਹਨੂੰ ਸੁਣ ਨਹੀਂ ਸਕਦੇ, ਉਹਨੂੰ ਸਮਝ ਨਹੀਂ ਸਕਦੇ ਉਹਦੀਆਂ ਗੱਲਾਂ ਦੇ ਲਈ. ਇਸ ਲਈ ਤੁਸੀਂ ਆਪਣੇ ਆਪ ਨੂੰ ਰੁਕਿਆ ਹੋਇਆ ਸਮਝਦੇ ਹੋ. For without words in friendship all thoughts, all desires, all expectations are born and shared with joy that is unacclaimed. ਕਹਿੰਦੇ ਸ਼ਬਦਾਂ ਤੋਂ ਬਿਨਾਂ ਹੀ ਤੁਹਾਡਾ ਦੋਸਤ ਤੁਹਾਡੀਆਂ ਸਾਰੀਆਂ ਥੋਟਸ ਨੂੰ ਸਮਝਦਾ, ਤੁਹਾਡੀਆਂ ਸਾਰੀਆਂ ਡਿਜ਼ਾਇਰਸ ਨੂੰ, ਇੱਛਾਵਾਂ ਨੂੰ ਸਮਝਦਾ, ਤੁਹਾਡੀਆਂ ਐਕਸਪੈਕਟੇਸ਼ਨਸ ਜੋ ਤੁਸੀਂ ਬਦਲੇ 'ਚ ਚਾਹੁੰਦੇ ਆ ਉਸ ਚੀਜ਼ ਨੂੰ ਸਮਝਦਾ, ਅਤੇ ਜੋ ਵੀ ਤੁਹਾਡੇ ਮਾਇੰਡ ਦੇ ਵਿੱਚ ਅੱਕਰ ਹੁੰਦਾ, ਜੋ ਵੀ ਨਵੀਂ ਗੱਲ ਪੈਦਾ ਹੁੰਦੀ ਉਹਨੂੰ ਅਤੇ ਕੋਈ ਚੀਜ਼ ਸ਼ੇਅਰ ਕਰਨ ਦੇ ਲਈ, ਇਹ ਸਾਰੀਆਂ ਚੀਜ਼ਾਂ ਦੇ ਲਈ ਤੁਸੀਂ ਬੜਾ ਹੀ ਜੋਏਫੁਲੀ ਆਪਣੇ ਫਰੈਂਡ ਦੇ ਨਾਲ ਬਿਨਾਂ ਕਿਸੇ ਝਿਜਕ ਤੋਂ ਉਹਦੇ ਨਾਲ ਗੱਲ ਕਰਦੇ ਹਾਂ ਅਤੇ ਆਪਣੇ ਮਨ ਦੇ ਸਾਰੇ ਵਿਚਾਰ ਖੋਲ੍ਹਦੇ ਹਾਂ.
when you part from your friend you grieve not, grieve ਮਤਲਬ ਦੁਖੀ। ਕਹਿੰਦੇ ਜਦੋਂ ਤੁਸੀਂ ਆਪਣੇ ਦੋਸਤ ਤੋਂ ਅਲੱਗ ਹੁੰਦੇ ਆ ਤਾਂ ਤੁਸੀਂ ਦੁਖੀ ਨਹੀਂ ਹੁੰਦੇ। For that which you love most in him may be clearer in his absence, as the mountain to the climber is clearer from the plain। ਠੀਕ ਹੈ, ਕਹਿੰਦੇ ਕਿ ਜਦੋਂ ਵੀ ਤੁਸੀਂ ਆਪਣੇ ਦੋਸਤ ਤੋਂ ਦੂਰ ਹੁੰਦੇ ਆ ਤਾਂ ਤੁਸੀਂ ਉਹਨੂੰ ਦੁਖੀ ਨਹੀਂ ਹੁੰਦੇ। ਕਿਉਂ? ਕਿਉਂਕਿ ਉਹਦੀਆਂ ਗੱਲਾਂ ਉਹਨੂੰ ਤੁਹਾਨੂੰ ਕਦੇ ਉਹਦੀ ਐਬਸੈਂਸ ਫੀਲ ਹੀ ਨਹੀਂ ਕਰਵਾਉਂਦੀਆਂ। ਉਹਦਾ ਜੋ ਬਿਹੇਵੀਅਰ, ਜੋ ਉਹਦਾ ਰਹਿਣ ਸਹਿਣ ਸੀ ਤੁਹਾਡੇ ਨਾਲ, ਉਹ ਤੁਹਾਨੂੰ ਆਪਣੇ ਉਹ ਤੁਹਾਨੂੰ ਲਾਈਕ ਇੱਕ ਗਰੀਵ ਨਹੀਂ ਫੀਲ ਕਰਵਾਉਂਦਾ, ਉਹ ਦੁਖੀ ਨਹੀਂ ਹੋਣ ਦਿੰਦਾ ਤੁਹਾਨੂੰ। ਸੋ ਇਸੇ ਹੀ ਤਰ੍ਹਾਂ ਕਹਿੰਦੇ ਤੁਸੀਂ ਆਪਣੇ ਦੋਸਤ ਦੇ ਪ੍ਰਤੀ ਇੰਨੇ ਕੁ ਕਲੀਅਰ ਹੋਣੇ ਚਾਹੀਦੇ ਉਹਦੀ ਐਬਸੈਂਸ ਦੇ ਵਿੱਚ ਕਿ ਜਿੰਨਾ ਇੱਕ ਮਾਊਂਟੇਨ ਐਜ਼ ਦਾ ਮਾਊਂਟੇਨ ਟੂ ਦਾ ਕਲਾਈਂਬਰ ਇਜ਼ ਕਲੀਅਰ ਫਰੋਮ ਦਾ ਪਲੇਨ, ਜਿੱਦਾਂ ਕਿ ਪਲੇਨ ਤੋਂ ਮਤਲਬ ਇੱਕ ਨੋਰਮਲ ਸਰਫੇਸ ਤੋਂ ਸਾਨੂੰ ਪਹਾੜ ਪੂਰਾ ਕਲੀਅਰ ਨਜ਼ਰ ਆਉਂਦਾ ਨਾ, ਇਸੇ ਹੀ ਤਰ੍ਹਾਂ ਅਸੀਂ ਆਪਣੇ ਦੋਸਤ ਦੇ ਲਈ ਕਲੀਅਰ ਥੋਟਸ ਰੱਖਣੀਆਂ ਸਾਨੂੰ ਚਾਹੀਦੀਆਂ ਉਹਦੀ ਐਬਸੈਂਸ ਦੇ ਵਿੱਚ ਵੀ। And let there be no purpose in friendship save the deepening of the spirit। ਕਹਿੰਦੇ ਸਾਡੇ ਦੋਸਤ ਦੇ ਨਾਲ ਸਾਡਾ ਜਿਹੜਾ ਰਹਿਣ ਸਹਿਣ ਆ ਉਹ ਇੰਨਾ ਕੁ ਗਹਿਰਾ ਹੋਣਾ ਚਾਹੀਦਾ ਨਾ ਕਿ ਅਸੀਂ ਉਹਨੂੰ ਆਪਣੀ ਆਤਮਾ ਤੋਂ ਉਹਨੂੰ ਯਾਦ ਰੱਖੀਏ, ਉਹਨੂੰ ਆਤਮਿਕ, ਉਹਨੂੰ ਸਪਿਰਿਟ ਤੋਂ ਆਪਣੀ ਤੋਂ ਸਾਡੀ ਇੰਨੀ ਕੁ ਗਹਿਰਾਈ ਵਾਲੀ ਦੋਸਤੀ ਹੋਵੇ। For love that seeks out but the disclosure of its own mystery ਕੀ ਹੁੰਦਾ? ਰਹੱਸ is not love but a net cast forth and only the unforgettable is caught। ਕਹਿੰਦੇ ਕਿ ਆਪਣੇ ਦੋਸਤ ਨੂੰ ਤੁਸੀਂ ਹਮੇਸ਼ਾ ਹੀ ਇੱਕ ਰਹੱਸਮਈ ਢੰਗ ਦੇ ਨਾਲ ਤੁਹਾਡੀ ਮਿੱਤਰਤਾ ਹੋਣੀ ਚਾਹੀਦੀ ਆ, ਜਿਹਦੇ ਵਿੱਚ ਕੋਈ ਸੈਲਫਿਸ਼ਨੈਸ ਨਾ ਹੋਵੇ, ਜਿਹਦੇ ਵਿੱਚ ਤੁਸੀਂ ਸਵਾਰਥੀ ਨਾ ਹੋਵੋ, ਅਤੇ ਹਮੇਸ਼ਾ ਇਹਦੇ ਵਿੱਚ ਇੱਕ ਪਿਆਰ ਹੋਵੇ ਤਾਂ ਜੋ ਕਿ ਤੁਸੀਂ ਹਮੇਸ਼ਾ ਉਹਨੂੰ ਯਾਦ ਰੱਖ ਸਕੋ ਅਤੇ ਉਹ ਤੁਹਾਨੂੰ ਯਾਦ ਰੱਖ ਸਕੇ, ਅਤੇ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੀ ਜ਼ਿੰਦਗੀ ਤੋਂ ਕਦੇ ਭੁਲਾ ਨਾ ਸਕੀਏ। ਐਂਡ ਲੈਟ ਯੂਅਰ ਬੈਸਟ ਬੀ ਫॉर ਯੂਅਰ ਫਰੈਂਡ। ਕਹਿੰਦੇ ਆਪਣੇ ਦੋਸਤ ਦੇ ਲਈ ਤੁਹਾਨੂੰ ਹਮੇਸ਼ਾ ਬੈਸਟ ਕੰਮ ਕਰਨਾ ਚਾਹੀਦਾ ਆ। ਇਫ ਹੀ ਮਸਟ ਨੋ ਦਾ ਐਬ ਕੀ ਹੁੰਦਾ? ਲਾਈਕ ਤੁਹਾਡਾ ਗਿਰਾਵਟ, ਤੁਹਾਡਾ ਲਹਾਓ ਸਾਈਡ, ਤੁਹਾਡੀ ਡਾਊਨ ਸਾਈਡ। ਕਹਿੰਦੇ ਜੇ ਤੁਹਾਡੀ ਡਾਊਨ ਸਾਈਡ ਆਫ ਯੂਅਰ ਟਾਈਡ, ਕਿ ਜੇਕਰ ਲਹਿਰਾਂ ਦੀ ਡਾਊਨ ਸਾਈਡ ਆਫ ਮਤਲਬ ਪਤਾ ਤੁਹਾਡੇ ਦੋਸਤ ਨੂੰ ਕਿ ਤੁਹਾਡੀ ਲਾਈਫ ਦੇ ਵਿੱਚ ਕੋਈ ਦਿੱਕਤ ਆਈ ਆ, ਜੇ ਤੁਹਾਡੇ ਦੋਸਤ ਨੂੰ ਉਸ ਦਿੱਕਤ ਬਾਰੇ ਪਤਾ ਆ, ਦੈਨ ਲੈਟ ਹਿਮ ਨੋ ਇਟਸ ਫਲੱਡ ਆਲਸੋ। ਤਾਂ ਉਹਨੂੰ ਸਹੀ ਬਹਾਵ ਵੀ ਦੱਸੋ ਵੀ ਹਾਂ ਕੰਮ ਸਹੀ ਆ। ਮੋਸਟਲੀ ਅਸੀਂ ਕੀ ਕਰਦੇ ਹਾਂ, ਜਦੋਂ ਸਾਨੂੰ ਕੋਈ ਪਰੇਸ਼ਾਨੀ ਹੁੰਦੀ ਉਸ ਤਾਂ ਭੱਜ ਕੇ ਆਪਣੇ ਫਰੈਂਡ ਤੋਂ ਜਾਈਦਾ, ਬਟ ਜਦੋਂ ਅਸੀਂ ਬਹੁਤ ਸੈਟਿਸਫਾਈ ਹੁੰਦੇ ਹਾਂ ਆਪਣੀ ਲਾਈਫ ਤੋਂ, ਸਾਡੇ ਕੋਲ ਸਾਰੀਆਂ ਚੀਜ਼ਾਂ, ਅੱਛੀ ਜੋਬ ਹੈ, ਅੱਛਾ ਕੰਮ ਕਾਰ ਆ, ਸਭ ਕੁਛ ਆ, ਦੈਨ ਅਸੀਂ ਆਪਣੇ ਦੋਸਤ ਨੂੰ ਦੱਸਦੇ ਵੀ ਨਹੀਂ ਕਿ ਹਾਂ ਮੈਂ ਸੈਟਿਸਫਾਈ ਹਾਂ, ਮੈਂ ਠੀਕ ਹਾਂ, ਮੈਂ ਖੁਸ਼ ਹਾਂ। ਸੋ ਦੇ ਆਰ ਸੇਇੰਗ ਕਿ ਜੇ ਆਪਣੇ ਐਪ ਦੇ ਵਿੱਚ ਤੁਹਾਡੇ ਟਾਈਡ ਦਾ ਲਾਈਕ ਤੁਹਾਡੇ ਡਾਊਨ ਸਾਈਡ ਦਾ ਤੁਹਾਡੇ ਦੋਸਤ ਨੂੰ ਪਤਾ, ਤਾਂ ਤੁਹਾਡਾ ਅਪ ਸਾਈਡ ਵੀ ਉਹਨੂੰ ਪਤਾ ਹੋਣਾ ਚਾਹੀਦਾ ਆ। For what is your friend that you should seek him with hours to kill। ਕਹਿੰਦੇ ਤੁਹਾਡਾ ਦੋਸਤ ਤੁਹਾਡੇ ਲਈ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਉਹ ਸਮੇਂ ਨੂੰ ਖ਼ਤਮ ਕਰੇ। ਸਮੇਂ ਨੂੰ ਖ਼ਤਮ ਕਰੇ ਇਨ ਦਾ ਸੈਂਸ ਕਿ ਤੁਹਾਡਾ ਦੋਸਤ ਇਹੋ ਜਿਹਾ ਹੋਵੇ ਜਿਹੜਾ ਸਮੇਂ ਨੂੰ ਯੂਟੀਲਾਈਜ਼ ਕਰਨ ਵਾਲਾ ਹੋਵੇ, ਨਾ ਹੀ ਕਿ ਵਿਹਲੇ ਸਮੇਂ ਦੇ ਵਿੱਚ ਗੱਲਾਂ ਮਾਰਨ ਵਾਲਾ ਦੋਸਤ ਹੋਣਾ ਚਾਹੀਦਾ। ਸੀਕ ਹਿਮ ਆਲਵੇਜ਼ ਵਿਦ ਆਰਸ ਟੂ ਲਿਵ। ਇੱਦਾਂ ਦਾ ਦੋਸਤ ਲੱਭੋ ਜਿਹੜਾ ਫਲ ਪੂਰਨ ਹੋਵੇ, ਤੁਹਾਡੀ ਆਰਸ, ਤੁਹਾਡੇ ਘੰਟਿਆਂ ਨੂੰ ਉਹ ਜੀਵਿਤ ਕਰ ਦੇਵੇ, ਲਾਈਵ ਕਰ ਦੇਵੇ, ਉਹਨੂੰ ਫਲ ਪੂਰਨ ਕਰ ਦੇਵੇ, ਫਰੂਟਫੁਲ ਕਰ ਦੇਵੇ। ਲਾਈਕ ਤੁਹਾਨੂੰ ਕੁਛ ਸਿੱਖਣ ਨੂੰ ਮਿਲੇ, ਤੁਹਾਨੂੰ ਕੋਈ ਹੈਲਪ ਮਿਲੇ ਉਹਦੇ ਤੋਂ, ਇਹੋ ਜਿਹੀਆਂ ਚੀਜ਼ਾਂ ਵਾਲਾ ਦੋਸਤ ਲੱਭੋ। For it is his to fill your need but not your emptiness। ਕਹਿੰਦੇ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੋਵੇ, ਨਾ ਹੀ ਕਿ ਤੁਹਾਡੇ ਵਿਹਲੇ ਸਮੇਂ ਵਿੱਚ ਫਾਲਤੂ ਦੀਆਂ ਗੱਪਾਂ ਮਾਰਨ ਵਾਲਾ ਹੋਵੇ ਤੁਹਾਡੇ ਨਾਲ। ਬਹੁਤ ਸਾਰੇ ਫਰੈਂਡਸ ਹੁੰਦੇ ਆ, ਸਿਰਫ ਗੱਲਾਂ ਵਾਲੇ ਹੁੰਦੇ, ਬਾਤੋਂ ਕੇ ਹੋਤੇ ਹੈ ਉਹ ਜੋ ਫਰੈਂਡ, ਠੀਕ ਹੈ, ਸਿਰਫ ਗੱਲਾਂ ਨਾਲ ਹੀ ਸਾਡੇ ਨਾਲ ਕਨੈਕਟ ਰਹਿੰਦੇ। ਜਦੋਂ ਕੰਮ ਦੇ ਵੇਲਾ ਆਉਂਦਾ ਆ, ਲੋੜ ਪੈਂਦੀ ਆ, ਤਾਂ ਉਹ ਪਿੱਛੇ ਹੋ ਜਾਂਦੇ ਆ 1 ਸੈਕਿੰਡ ਦੇ ਵਿੱਚ ਹੀ, ਫਿਰ ਪਤਾ ਹੀ ਨਹੀਂ ਲੱਗਦਾ ਫਿਰ ਉਹਨਾਂ ਦੇ ਐਕਸਕਿਊਜ਼ ਕੀ ਹੁੰਦੇ ਆ। ਸੋ ਇਹੋ ਜਿਹੀਆਂ ਐਗਜ਼ਾਮਪਲਸ ਦੇ ਰਹੇ ਇਹ ਨਾਲ ਦੀ ਨਾਲ। ਐਂਡ ਇਨ ਦਾ ਸਵੀਟਨੈਸ ਆਫ ਫਰੈਂਡਸ਼ਿਪ ਲੈਟ ਦੇਅਰ ਬੀ ਲਾਫਟਰ ਐਂਡ ਸ਼ੇਅਰਿੰਗ ਆਫ ਪਲੈਜ਼ਰ। ਕਹਿੰਦੇ
ਆਪਣੇ ਦੋਸਤੀ ਦੀ ਸਵੀਟਨੈਸ ਦੇ ਵਿੱਚ ਇਹਨੂੰ ਹੱਸਣ ਦਿਓ, ਮੁਸਕਰਾਉਣ ਦਿਓ ਆਪਣੇ ਰਿਸ਼ਤੇ ਨੂੰ, ਅਤੇ ਸ਼ੇਅਰ ਕਰੋ ਸਾਰੀਆਂ ਪਲੈਜ਼ਰਸ ਨੂੰ, ਸਾਰੀਆਂ ਖੁਸ਼ੀਆਂ ਨੂੰ ਸ਼ੇਅਰ ਕਰੋ। ਫੋਰ ਇਨ ਦ ਡਿਊ ਆਫ ਲਿਟਲ ਥਿੰਗਸ ਐਂਡ ਹਾਰਟ finds its morning and is refreshing। ਕਹਿੰਦੇ ਉਹ ਚੀਜ਼ ਆ ਜੋ ਸਾਡੇ ਦਿਲ ਨੂੰ ਸਵੇਰ ਦੀ ਤਰੇਲ ਵਾਂਗੂ, ਡਿਊ ਕੀ ਹੁੰਦੀ ਆ? ਤਰੇਲ, ਠੀਕ ਆ, ਸਵੇਰ ਮੋਰਨਿੰਗ ਦੀ ਤਰੇਲ ਵਾਂਗੂ ਤਰੋ ਤਾਜ਼ਾ ਕਰ ਦਿੰਦੀ ਆ। ਯਾਨੀ ਕਿ ਦੋਸਤੀ ਇੱਕ ਅੱਛੀ ਚੀਜ਼ ਆ ਜਿਹੜੀ ਸਾਡੇ ਰਿਲੇਸ਼ਨਸ ਨੂੰ ਕੀ ਕਰਦੀ ਆ? ਬਹੁਤ ਹੀ ਸਟਰੋਂਗ ਐਂਡ ਰੀਫਰੈਸ਼ ਬਣਾਉਂਦੀ ਆ। ਸੋ ਅਸੀਂ ਹੁਣ ਕਰਦੇ ਹਾਂ ਇਸ ਹੀ ਚੈਪਟਰ ਦੇ ਸਟੈਂਜਾਸ। ਓਕੇ, ਸੋ ਵਟ ਇਜ਼ ਆਰ ਫਸਟ ਕੁਐਸਚਨ ਤੋਂ ਪਹਿਲਾਂ ਦੇਖੋ ਸਟੈਂਜਾ ਸਾਨੂੰ ਕੀ ਮਿਲਿਆ ਆ। ਉੱਪਰ ਇੱਥੇ ਆਲਵੇਜ਼ ਲਿਖਿਆ ਹੁੰਦਾ, ਇਹਨਾਂ ਨੇ ਇੱਥੇ ਉੱਪਰ ਇਹਨਾਂ ਨੇ ਲਿਖਿਆ ਹੁੰਦਾ ਰੀਡ ਦ ਲਾਈਨਸ ਗਿਵਨ ਬਿਲੋ ਐਂਡ ਆਨਸਰ ਦ ਫੋਲੋਇੰਗ ਕੁਐਸਚਨਸ। ਠੀਕ ਹੈ, ਇਸ ਤਰ੍ਹਾਂ ਦੀ ਕੋਈ ਨਾ ਕੋਈ ਲਾਈਨ ਲਿਖੀ ਹੋਊਗੀ, ਯਾਦ ਰੱਖਣਾ ਤੁਸੀਂ। ਫਿਰ ਇਹਨਾਂ ਨੇ ਸਾਨੂੰ ਇੱਕ ਪੈਰਾ ਦਿੱਤਾ ਹੋਇਆ ਆ ਜਿਹਨੂੰ ਅਸੀਂ ਥੋਰਲੀ ਰੀਡ ਕਰਨਾ ਅੱਛੇ ਤਰੀਕੇ ਨਾਲ, ਇਹਨੂੰ ਸਮਝਣਾ ਆ ਵੀ ਇਹ ਲਾਈਨਸ ਦੇ ਵਿੱਚ ਕਿਆ ਕੀ ਹੋਇਆ ਉਹਨਾਂ ਨੇ। ਐਂਡ ਦੈਨ ਉਹਨਾਂ ਨੇ ਸਾਨੂੰ ਕੁਐਸਚਨਸ ਦਿੱਤੇ ਆ 4 ਕੁਐਸਚਨਸ, ਅਤੇ ਅਸੀਂ ਇਹਨਾਂ 4 ਕੁਐਸਚਨਸ ਦੇ ਕੀ ਕਰਨੇ ਨੇ? ਆਨਸਰਸ ਕਰਨੇ ਨੇ। ਮੋਸਟਲੀ 4 ਦੇ 4 ਕੁਐਸਚਨਸ ਕੀ ਆ? ਸਾਨੂੰ ਇੱਥੋਂ ਹੀ ਮਿਲ ਜਾਣੇ ਆ ਉੱਪਰ ਵਾਲੇ ਲਾਈਨਸ ਦੇ ਵਿੱਚੋਂ। ਬਟ ਕੁਛ ਇੱਕ ਕੁਐਸਚਨਸ ਦੇ ਆਨਸਰਸ ਇੱਦਾਂ ਦੇ ਹੁੰਦੇ ਜਿਹੜੇ ਕਿ ਅਸੀਂ ਲੌਜੀਕਲੀ ਆਨਸਰ ਬਣਾ ਕੇ ਲਿਖਣੇ ਹੁੰਦੇ ਆਪਣੀ ਸਮਝ ਦੇ ਨਾਲ, ਕਿਉਂਕਿ ਅਸੀਂ ਸਾਰੀ ਪੋਇਮ ਪੜ੍ਹੀ ਹੁੰਦੀ ਆ। ਸੋ ਇੱਕ ਅੱਧਾ ਕੁਐਸਚਨ ਕੋਈ ਲੌਜੀਕਲੀ ਵੀ ਆ ਜਾਂਦਾ ਇਹਦੇ ਵਿੱਚ। ਸੋ ਘਬਰਾਉਣਾ ਨਹੀਂ ਆ, ਅਸੀਂ ਪੋਇਮ ਪੜ੍ਹੀ ਹੈ ਅਤੇ ਸਾਨੂੰ ਆਨਸਰ ਆਉਂਦਾ ਹੋਏਗਾ। ਸੋ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਇਜ਼ ਕੁਐਸਚਨ ਨੰਬਰ A, ਨੇਮ ਦ ਪੋਇਟ। ਵਟ ਇਜ਼ ਦ ਨੇਮ ਆਫ ਦ ਪੋਇਟ? ਦ ਨੇਮ ਆਫ ਦ ਪੋਇਟ ਇਜ਼ ਕੈਹਲਿਲ ਗਿਬਰਨ। ਅਸੀਂ ਆਨਸਰ ਕੀ ਲਿਖਣਾ? ਕਿਸੇ ਨੇ ਸਿੱਧਾ ਕੈਹਲਿਲ ਗਿਬਰਨ ਇੱਦਾਂ ਨਹੀਂ ਲਿਖਣਾ, ਅਸੀਂ ਲਿਖਣਾ ਦ ਨੇਮ ਆਫ ਦ ਪੋਇਟ ਇਜ਼ ਕੈਹਲਿਲ ਗਿਬਰਨ। ਜਿੰਨੇ ਵੀ ਸਟੈਂਜਾਸ ਹੋਣਗੇ ਲਾਈਕ ਮੋਸਟਲੀ ਫਸਟ ਕੁਐਸਚਨ ਤਾਂ ਇਹ ਹੋਊਗਾ ਹੀ, ਨੇਮ ਦ ਪੋਇਟ ਐਂਡ ਦ ਪੋਇਮ। ਇੱਥੇ ਐਂਡ ਦਾ ਪੋਇਮ ਵੀ ਨਾਲ ਆ ਸਕਦਾ। ਸਾਨੂੰ ਆਹ ਲਾਈਨਸ ਪੜ੍ਹ ਕੇ ਪਤਾ ਲੱਗਣਾ ਚਾਹੀਦਾ, ਆਹ ਵਾਲੀਆਂ ਲਾਈਨਸ ਪੜ੍ਹ ਕੇ ਕਿ ਇਹ ਕਿਹੜੇ ਸਟੈਂਜਾ ਕਿਹੜੀਆਂ ਲਾਈਨਸ ਇਹ ਕਿਹੜੀ ਪੋਇਮ ਨੂੰ ਬਿਲੋਂਗ ਕਰਦੀਆਂ, ਅਤੇ ਉਹ ਪੋਇਮ ਕਿਹੜੇ ਪੋਇਟ ਨੇ ਲਿਖੀ ਆ। ਇਹ ਕੁਛ ਇੱਕ ਚੀਜ਼ਾਂ ਸਾਨੂੰ ਆਪਣੇ ਮਾਇੰਡ ਦੇ ਵਿੱਚ ਬਿਠਾਉਣੀਆਂ ਪੈਣੀਆਂ ਜਦੋਂ ਵੀ ਅਸੀਂ ਪ੍ਰੈਕਟਿਸ ਕਰਦੇ ਹਾਂ। ਮੈਂ ਇੱਕ ਵਾਰ ਅੱਗੇ ਵੀ ਇਹ ਇੱਕ ਆਈਡੀਆ ਦਿੱਤਾ ਸੀ ਕਿ ਕੀ ਕਰੋ, ਇੱਕ ਪੇਜ ਦੇ ਉੱਤੇ ਆਪਣੀਆਂ ਪੋਇਮਸ ਲਿਖ ਲਓ 1 2 3 4 ਜਿੰਨੀਆਂ ਵੀ ਪੋਇਮਸ ਆ, ਠੀਕ ਹੈ। ਦੈਨ ਉਹਨਾਂ ਦੇ ਨੇਮ ਲਿਖ ਲਓ, ਜੋ ਵੀ ਹੈਗੇ ਨੇਮ। ਦੈਨ ਉਹਨਾਂ ਦੇ ਸਾਹਮਣੇ ਉਹਨਾਂ ਦੇ ਪੋਇਟ ਦਾ ਨੇਮ ਲਿਖ ਲਓ, ਠੀਕ ਹੈ। ਫਿਰ ਇਹਨਾਂ ਨੂੰ ਰੋਜ਼ ਯਾਦ ਕਰਨ ਦੀ ਲੋੜ ਨਹੀਂ ਆ, ਇਹਨਾਂ ਨੂੰ ਰੋਜ਼ ਸਿਰਫ ਇੱਕ ਵਾਰੀ ਰੀਡ ਕਰਨਾ। ਜਦੋਂ ਆਪਾਂ ਇੰਗਲਿਸ਼ ਦੀ ਬੁੱਕ ਖੋਲੀ ਆ, ਇੰਗਲਿਸ਼ ਦੀ ਬੁੱਕ ਖੋਲ੍ਹ ਕੇ ਪਹਿਲਾ ਪੇਜ ਸਾਡਾ ਉਹ ਲਿਖਿਆ ਪਿਆ ਹੋਵੇ, ਪੇਜ ਯਾਨੀ ਕਿ ਲਿਖ ਕੇ ਬੁੱਕ ਦੇ ਵਿੱਚ ਹੀ ਰੱਖ ਦਿਓ ਅਤੇ ਪਹਿਲਾਂ ਹੀ ਉਹ ਪੇਜ ਨੂੰ ਰੀਡ ਕਰੋ। ਕੋਈ ਯਾਦ ਕਰਕੇ ਕੋਈ ਰੱਟੇ ਮਾਰਨ ਦੀ ਲੋੜ ਨਹੀਂ ਹੈ। 5-10 ਦਿਨ ਲਗਾਤਾਰ ਪੜ੍ਹੋਗੇ, ਆਪਣੇ ਆਪ ਯਾਦ ਹੋ ਜਾਣਗੇ, ਠੀਕ ਹੈ। ਸਿਰਫ ਪੋਇਮਸ ਦੇ ਨਾਲ ਹੀ ਨਹੀਂ ਇੱਦਾਂ ਕਰਨਾ, ਬਾਕੀ ਦੇ ਚੈਪਟਰਸ ਨਾਲ ਵੀ ਇੱਦਾਂ ਕਰਨਾ। ਉਹਨਾਂ ਦੇ ਵੀ ਚੈਪਟਰ ਦੇ ਨੇਮ ਐਂਡ ਉਹਨਾਂ ਦੇ ਰਾਈਟਰਸ ਦੇ ਨੇਮ ਸਾਨੂੰ ਪਤਾ ਹੋਣੇ ਚਾਹੀਦੇ, ਤਾਂ ਜੋ ਕਿ ਅਸੀਂ ਲੌਂਗ ਕੁਐਸਚਨਸ ਦੇ ਵਿੱਚ ਥੀਮਸ ਦੇ ਵਿੱਚ ਉਹ ਲਾਈਨ ਲਿਖ ਸਕੀਏ ਕਿ ਆਹ ਚੈਪਟਰ ਨੂੰ ਬਿਲੋਂਗ ਕਰਦਾ ਆ ਕਰੈਕਟਰ, ਐਂਡ ਇਹ ਚੈਪਟਰ ਜਿਹੜਾ ਇਸ ਪਰਸਨ ਦੁਆਰਾ ਲਿਖਿਆ ਆ, ਠੀਕ ਹੈ। ਅਸੀਂ ਫਸਟ 2 ਲਾਈਨਸ ਇੱਦਾਂ ਬਣਾ ਸਕਦੇ ਹਾਂ। ਕੋਈ ਜ਼ਰੂਰਤ ਨਹੀਂ ਹੁੰਦੀ ਗਾਈਡ ਦੀਆਂ ਲਾਈਨਸ ਨੂੰ ਕਾਪੀ ਕਰਕੇ ਆਪਣੇ ਦਿਮਾਗ 'ਚ ਫਿੱਟ ਕਰਨ ਦੀ, ਫਿਰ ਉਹਨਾਂ ਕਾਪੀਡ ਲਾਈਨਸ ਨੂੰ ਪੇਪਰ ਦੇ ਉੱਤੇ ਚਿਪਕਾਉਣ ਦੀ, ਠੀਕ ਹੈ। ਆਪਣੇ ਮੈਂਟੈਲਿਟੀ, ਆਪਣੇ ਮਾਇੰਡ ਦੇ ਅਕੋਰਡਿੰਗ ਲਿਖੋਗੇ, ਡੈਮ ਸ਼ੋਰ ਤੁਹਾਨੂੰ ਅੱਛੇ ਮਾਰਕਸ ਆਉਣਗੇ। ਕਿਉਂਕਿ ਜਦੋਂ ਅਸੀਂ ਰੱਟਾ ਮਾਰ ਕੇ ਯਾਦ ਕਰਦੇ ਹਾਂ ਨਾ, ਤਾਂ ਸਾਨੂੰ ਵਿੱਚੋਂ ਵਰਡ ਸਕਿਪ ਹੋਣ ਲੱਗ ਜਾਂਦੇ, ਅਤੇ ਜਦੋਂ ਵਰਡ ਸਕਿਪ ਹੁੰਦੇ ਆ ਫਿਰ ਨੈਚੁਰਲ ਜਿਹੀ ਗੱਲ ਆ ਕਿ ਸਾਡੀਆਂ ਮਿਸਟੇਕਸ ਹੁੰਦੀਆਂ ਆ, ਠੀਕ। ਸੋ ਫਸਟ ਸਟੈਂਜਾ ਕਰਦੇ ਆ, ਕਾਫੀ ਗੱਲਾਂ ਹੋ ਗਈਆਂ। ਜਿਹੜੇ ਇਹੋ ਜਿਹੇ ਟਿਪਸ ਐਂਡ ਟ੍ਰਿਕਸ ਮੈਂ ਦਿੰਦੀ ਹਾਂ, ਇਹਨਾਂ ਨੂੰ ਨੋਟ ਕਰੀ ਜਾਇਆ ਕਰੋ ਅਤੇ ਇਸ ਅਕੋਰਡਿੰਗ ਹੀ ਐਗਜ਼ਾਮਸ ਦੀ ਪ੍ਰੈਪਰੇਸ਼ਨ ਕਰਿਆ ਕਰੋ। ਪੇਪਰ ਦੀ ਤਿਆਰੀ ਪੇਪਰ ਤੋਂ 2 ਦਿਨ 4 ਦਿਨ 5 ਦਿਨ ਪਹਿਲਾਂ ਕਦੇ ਵੀ ਨਹੀਂ ਹੁੰਦੀ। ਪੇਪਰ ਦੀ ਤਿਆਰੀ ਉਸ ਦਿਨ ਤੋਂ ਹੁੰਦੀ ਆ ਜਿਸ ਦਿਨ ਤੋਂ ਅਸੀਂ ਸਕੂਲ ਸਟਾਰਟ ਕਰਦੇ ਹਾਂ, ਜਿਸ ਦਿਨ ਸਾਡਾ ਫਸਟ ਡੇ ਆਫ ਦਾ 12th ਕਲਾਸ +1 ਕਲਾਸ, ਜਿਸ ਕਲਾਸ 'ਚ ਵੀ ਅਸੀਂ ਹੁੰਦੇ ਹਾਂ, ਪਹਿਲਾ ਸਾਡਾ ਲੈਕਚਰ ਹੁੰਦਾ ਉਸ ਦਿਨ।
ਇਹ ਨਹੀਂ ਕਿ 5-7 ਮਹੀਨੇ ਕੱਢ ਕੇ ਫਿਰ ਅਸੀਂ ਸਕੂਲ ਜਾਣਾ ਸ਼ੁਰੂ ਕਰ ਦਿੰਦੇ ਅਤੇ ਫਿਰ ਕਹਿ ਦਿਓ ਜੀ ਅੱਜ ਹੀ ਹੈ ਜੀ ਪਹਿਲਾਂ ਸਾਡਾ ਦਿਨ, ਇਹੋ ਜਿਹਾ ਨਹੀਂ ਹੁੰਦਾ। ਠੀਕ ਹੈ। ਬਹੁਤ ਸਾਰੇ ਸਟੂਡੈਂਟਸ ਹੁੰਦੇ ਆ ਜਿਨ੍ਹਾਂ ਨੂੰ ਜਲਦੀ ਯਾਦ ਹੁੰਦਾ, ਬਟ ਜਿਹੜੇ ਮੈਰਿਟ ਲਿਸਟ 'ਚ ਆਉਣਾ ਚਾਹੁੰਦੇ ਆ, ਇਹ ਟਿਪਸ ਐਂਡ ਟ੍ਰਿਕਸ ਉਹਨਾਂ ਬੱਚਿਆਂ ਦੇ ਲਈ ਜ਼ਿਆਦਾ ਹੈਲਪਫੁਲ ਆ ਜਿਨ੍ਹਾਂ ਨੇ ਅੱਗੇ, ਜਿਨ੍ਹਾਂ ਦੇ ਹੋਰ ਪਲਾਨਸ ਹੁੰਦੇ ਆ, ਜਿਨ੍ਹਾਂ ਨੇ ਕੋਈ ਹਾਈ ਪੋਸਟ ਅਚੀਵ ਕਰਨੀਆਂ ਹੁੰਦੀਆਂ, ਜਿਨ੍ਹਾਂ ਨੇ ਸਿਰਫ ਪਾਸ ਹੋਣਾ ਆ, ਉਹਨਾਂ ਲਈ ਤਾਂ ਸਿਰਫ ਇਹੀ ਹੁੰਦਾ ਵੀ ਹਾਂਜੀ ਕ੍ਰੈਮਿੰਗ ਕਰੋ, ਰੱਟੇ ਮਾਰੋ ਅਤੇ ਚਲੋ। ਬਟ ਇਹਦੇ ਨਾਲੋਂ ਬੈਟਰ ਆ ਆਪਣੇ ਆਪ ਨੂੰ ਬੈਟਰ ਬਣਾਓ, ਆਪਣੇ ਆਪ ਨੂੰ ਸ਼ਾਰਪ ਕਰੋ। ਓਕੇ, ਸੋ ਫਸਟ ਸਟੈਂਜਾ ਦੇਖਦੇ ਹਾਂ। ਨੇਮ ਦ ਪੋਇਟ ਐਂਡ ਦ ਪੋਇਮ। ਇੱਦਾਂ ਹੋ ਸਕਦਾ ਕੁਐਸਚਨ। ਦ ਨੇਮ ਆਫ ਦ ਪੋਇਟ ਇਜ਼ ਕੈਹਲਲ ਗਿਬਰਨ and the name of the poem is on friendship. Second question, what is the most important thing that one can give to a friend? ਇੱਕ ਪਰਸਨ ਆਪਣੇ ਦੋਸਤ ਨੂੰ ਕਿਹੜੀ ਚੀਜ਼ ਦੇ ਸਕਦਾ ਜਿਹੜਾ ਕਿ ਬਹੁਤ ਇੰਪੋਰਟੈਂਟ ਹੋਵੇ? that is love. ਠੀਕ ਹੈ, ਉਹ ਪਿਆਰ ਜਿਹੜਾ ਕਿ ਕਹਿੰਦਾ ਅਸੀਂ ਆਪਣੇ ਦੋਸਤ ਨੂੰ ਦਿੰਦੇ ਹਾਂ। ਠੀਕ, ਸੋ ਇੱਥੇ ਆਨਸਰ ਕੀ ਆਉਣਾ? ਲਵ ਇਜ਼, ਇੱਥੇ ਲਵ ਲਿਖ ਕੇ is the most important thing that one can give to a friend. ਪਿੱਛੇ question mark ਨਾ ਪਾਇਓ ਜੀ ਫਿਰ। okay, next question, when we shower our friends with love, what do we earn in return from them? ਕਹਿੰਦੇ ਅਸੀਂ ਆਪਣੇ ਦੋਸਤਾਂ ਤੇ ਕਦੋਂ ਪਿਆਰ ਬਰਸਾ ਸਕਦੇ ਹਾਂ ਤੇ ਉਹਦੇ ਬਦਲੇ 'ਚ ਸਾਨੂੰ ਉਹ ਕੀ ਦਿੰਦੇ ਆ। ਦੇਖੋ, ਆਪਾਂ ਪੂਰੀ ਪੋਇਮ ਪੜ੍ਹੀ ਆ, ਪੂਰੀ ਪੋਇਮ ਨੂੰ ਪੜ੍ਹ ਕੇ ਸਾਨੂੰ ਇਹ ਸੈਂਸ ਮਿਲਿਆ ਕਿ ਸਾਡਾ ਦੋਸਤ ਇੱਦਾਂ ਦਾ ਹੋਵੇ ਜਿਹੜਾ ਲੋਇਲ ਹੋਵੇ, ਟਰਸਟਵਰਦੀ ਹੋਵੇ ਅਤੇ ਸਾਡਾ ਟਾਈਮ ਵੇਸਟ ਕਰਨ ਵਾਲਾ ਨਾ ਹੋਵੇ। ਠੀਕ ਹੈ, ਇਸ ਲਈ ਅਸੀਂ ਆਨਸਰ 'ਚ ਵੀ ਇਸੇ ਲਾਈਨ ਨੂੰ ਲਿਖਾਂਗੇ। ਇਹ ਲੌਜੀਕਲ ਆਨਸਰ ਸੀ ਨਾ, ਸੋ ਆਨਸਰ ਲਿਖਾਂਗੇ ਅਸੀਂ ਵੈਨ ਵੀ ਸ਼ਾਰ ਆਰ ਫਰੈਂਡਸ ਵਿਦ ਲਵ, ਕੋਮਾ ਪਾ ਕੇ ਅਸੀਂ ਲਿਖਾਂਗੇ ਵੀ ਅਰਨ ਦਾ ਟਰਸਟ and loyalty of friendship in return. ਜਦੋਂ ਅਸੀਂ ਰਿਟਰਨ ਦੇ ਵਿੱਚ ਉਹਨਾਂ ਤੋਂ ਕੀ ਲੈਂਦੇ ਹਾਂ? ਟਰਸਟ, ਲੋਇਲਟੀ ਲੈਂਦੇ ਹਾਂ। ਲਵ ਤੱਕ ਸੇਮ ਹੀ ਆ ਕੋਮਾ ਡਾਲ ਕੇ। ਇਸ ਤੋਂ ਬਾਅਦ ਕੀ ਆ? ਵੀ ਅਰਨ, ਤੁਸੀਂ ਨੋਟ ਕਰ ਸਕਦੇ ਹੋ, the trust and loyalty of friendship in return. D question, how is a friend our fireside? ਇੱਕ ਦੋਸਤ ਸਾਡੇ ਲਈ ਅੰਗੀਠੀ ਕਿਵੇਂ ਹੋ ਸਕਦਾ? ਫਾਇਰ ਸਾਈਡ ਕਿਵੇਂ ਹੋ ਸਕਦਾ? ਦੇਖੋ, ਜਦੋਂ ਅਸੀਂ ਠੰਡਕ 'ਚ ਹੁੰਦੇ, ਠੰਡਕ ਇਨ ਦਾ ਸੈਂਸ ਜਦੋਂ ਸਾਡਾ ਦਿਮਾਗ ਇੱਕ ਮੈਂਟਲ ਹੈਲਪ ਦੀ ਲੋੜ 'ਚ ਹੁੰਦਾ ਕਿ ਹਾਂਜੀ ਮੇਰੀ ਲਾਈਫ ਦਾ ਆਹ ਸਟੈਪ ਆ, ਹੁਣ ਮੈਨੂੰ ਸਮਝ ਨਹੀਂ ਲੱਗ ਰਿਹਾ ਵੀ ਮੈਂ ਇਸ ਸਟੈਪ ਨੂੰ ਕਿੱਦਾਂ ਅਹੈਡ, ਕਿੱਦਾਂ ਇਹਨੂੰ ਪਾਰ ਕਰਨਾ ਆ, ਅਤੇ ਮੈਨੂੰ ਉਹਦੇ ਲਈ ਲੋੜ, ਮੈਨੂੰ ਕਿਸੇ ਦੀ ਸਹਾਰੇ ਦੀ ਲੋੜ ਆ। ਤਾਂ ਸਾਡਾ ਦੋਸਤ ਸਾਨੂੰ ਹਮੇਸ਼ਾ ਉਸ ਮੌਕੇ 'ਤੇ ਆ ਕੇ ਇੱਕ ਸਲਾਹ ਦਿੰਦਾ, ਨਿੱਘ ਵਜੋਂ ਸਲਾਹ ਦਿੰਦਾ, ਯਾਨੀ ਕਿ ਸਾਡੇ ਦਿਮਾਗ ਨੂੰ ਸ਼ਾਂਤੀ ਮਿਲਦੀ, ਠੰਡਕ ਮਿਲਦੀ ਹੈ, ਗਰਮਾਹਟ ਮਹਿਸੂਸ ਹੁੰਦੀ। ਇਸ ਲਈ ਉਹ ਸਾਡੇ ਲਈ ਫਾਇਰ ਸਾਈਡ ਦਾ ਕੰਮ ਕਰਦਾ। ਤਾਂ ਆਨਸਰ ਅਸੀਂ ਕੀ ਲਿਖਾਂਗੇ? ਆਰ ਫਰੈਂਡ ਇਜ਼ ਆਰ ਫਾਇਰ ਸਾਈਡ ਬਿਕਾਜ਼ ਹੀ ਪ੍ਰੋਵਾਈਡਸ ਅਸ ਵਾਰਮਥ ਇਨ ਕੋਲਡ ਟਾਈਮਸ। ਕਿ ਜਦੋਂ ਕੋਲਡ ਟਾਈਮਸ ਜਾਂ ਡਿਫੀਕਲਟ ਟਾਈਮਸ ਹੋਣ ਜਾਂ ਡਿਫੀਕਲਟ ਸਿਚੁਏਸ਼ਨਸ ਹੋਣ ਤਾਂ ਸਾਡਾ ਦੋਸਤ ਸਾਨੂੰ ਕੀ ਦਿੰਦਾ? ਨਿੱਘ ਪ੍ਰਦਾਨ ਕਰਦਾ। ਇਸ ਲਈ ਅਸੀਂ ਉਹਨੂੰ ਫਾਇਰ ਸਾਈਡ ਵੀ ਕਹਿੰਦੇ ਹਾਂ। ਸੈਕਿੰਡ ਹੈ ਸਟੈਂਚਾ, ਇਹ ਵਾਲਾ, ਫॉर that what you love most in him may be clearer in his absence as the mountain to the climber is clearer from the plain. And let there be no purpose in friendship save the deepening of the spirit for love and seek sought, but the disclosure of its own misery is not love but a net cast forth and only a profitable is caught. So ਇਹ ਅਸੀਂ ਹੁਣ ਹੀ ਹਲੇ ਪੜ੍ਹ ਕੇ ਹਟੇ ਹਾਂ। ਇਹਦੇ ਵਿੱਚ ਫਸਟ ਕੁਐਸਚਨ ਕੀ ਆ? A mountain appears more clear when one is on the plain at some distance away. How does, ਮਤਲਬ ਆ ਲਾਈਨ ਦਿੱਤੀ ਉਹਨਾਂ ਨੇ ਤੱਕ ਸਾਨੂੰ, ਕੁਐਸਚਨ ਇੱਥੋਂ ਸਟਾਰਟ ਹੋ ਰਿਹਾ। How does the poet relate this statement to understand the value of friend? ਕਿ ਆ ਜਿਹੜੀ ਸਟੇਟਮੈਂਟ ਆ
ਇਹ ਇਸ ਚੀਜ਼ ਨਾਲ ਕਿੱਦਾਂ ਰਿਲੇਟ ਕਰਦੀ ਆ ਕਿ ਦੋਸਤ ਦੀ ਜਿਹੜੀ ਵੈਲਿਊ ਆ ਉਹ ਇੱਕ ਇਨਸਾਨ ਨੂੰ ਮਤਲਬ ਕਿੱਦਾਂ ਸਮਝ ਲੱਗਦੀ ਹੈ। ਅਸੀਂ ਇਹਦਾ ਆਨਸਰ ਕੀ ਲਿਖਾਂਗੇ, ਕਹਿੰਦੇ ਇਟ ਮੀਨਸ ਦ ਵਰਥ ਆਫ ਅ ਫਰੈਂਡ ਇਜ਼ ਨੋਨ ਬੈਟਰ ਵੈਨ ਹੀ ਇਜ਼ ਅਵੇ ਫਰੋਮ ਅਸ। ਕਿਉਂਕਿ ਅਸੀਂ ਉਦੋਂ ਹੀ ਇਸ ਚੀਜ਼ ਨੂੰ ਸਮਝ ਸਕਦੇ ਹਾਂ ਜਦੋਂ ਲਾਈਕ ਉਹ ਸਾਡਾ ਦੋਸਤ ਸਾਡੇ ਸਾਹਮਣੇ ਨਾ ਹੋਵੇ। ਜੇਕਰ ਅਸੀਂ ਇੱਥੇ ਲਿਖਿਆ ਨਹੀਂ ਹੈ ਕਲੀਅਰ ਇਨ ਹਿਜ਼ ਐਬਸੈਂਸ, ਜਦੋਂ ਅਸੀਂ ਉਹਦੀ ਮੌਜੂਦਗੀ 'ਚ ਜਾਂ ਉਹ ਸਾਡੀ ਮੌਜੂਦਗੀ 'ਚ ਨਾ ਹੋਵੇ, ਆਈ ਮੀਨ ਹੀ ਔਰ ਸ਼ੀ ਮਸਟ ਬੀ ਐਬਸੈਂਟ ਐਟ ਦੈਟ ਟਾਈਮ, ਅਤੇ ਅਸੀਂ ਉਦੋਂ ਉਹਦੀ ਅੱਛਾਈ ਦੀ ਗੱਲ ਕਰਦੇ ਹਾਂ, ਉਦੋਂ ਸਾਨੂੰ ਇਹ ਚੀਜ਼ ਕਲੀਅਰ ਹੁੰਦੀ। ਸੋ ਇਹ ਸਟੇਟਮੈਂਟ ਇਸ ਤਰ੍ਹਾਂ ਰਿਲੇਟ ਕਰਦੀ ਹੈ ਇੱਕ ਅੱਛੀ ਫਰੈਂਡਸ਼ਿਪ ਦੇ ਨਾਲ, ਠੀਕ ਹੈ। ਵਟ ਸ਼ੁੱਡ ਬੀ ਦ ਮੇਨ ਪਰਪਜ਼ ਆਫ ਫਰੈਂਡਸ਼ਿਪ। ਫਰੈਂਡਸ਼ਿਪ ਦਾ ਮੇਨ ਪਰਪਜ਼ ਕੀ ਆ? The main purpose of friendship should be the deepening of the spirit, should be the deepening of the spirit, ਕਿ ਸਾਡੀ ਆਤਮਾ ਤੋਂ ਅਸੀਂ ਇੱਕ ਦੂਜੇ ਨਾਲ ਕਨੈਕਟ ਹੋਈਏ ਗੁੱਝੇ ਤੌਰ 'ਤੇ, ਗਹਿਰਾਈ ਤੱਕ ਸਾਡੇ ਆਤਮਾ ਤੋਂ ਕੀ ਹੋਵੇ, ਇੱਕ ਰਿਲੇਸ਼ਨ ਹੋਵੇ, ਠੀਕ ਹੈ, ਸਾਡਾ ਮਨ ਇੱਕ ਦੂਜੇ ਦੇ ਵਿੱਚ ਹੋਵੇ। List all the qualities a true friend should have according to Kahlil Gibran. Kahlil Gibran ਦੇ ਅਕੋਰਡਿੰਗ ਕਿਹੜੀਆਂ ਅੱਛੀਆਂ ਚੀਜ਼ਾਂ ਹੁੰਦੀਆਂ ਇੱਕ ਦੋਸਤ ਦੇ ਵਿੱਚ। ਅਸੀਂ ਕੀ ਪੜ੍ਹਿਆ ਸੀ ਕਿ ਉਹ ਲਾਇਲਟੀ ਹੋਵੇ, ਪਿਓਰ ਲਵ ਹੋਵੇ, ਮਿਊਚੁਅਲ ਅੰਡਰਸਟੈਂਡਿੰਗ ਹੋਵੇ, ਅਤੇ ਹੋਰ ਕੀ ਨਾ ਹੋਵੇ, ਸੈਲਫਲੈਸ ਕਿ ਆਪਣੇ ਲਈ ਲਾਈਕ ਸੈਲਫਿਸ਼ ਨਾ ਹੋਵੇ, ਸੈਲਫਲੈਸ, ਠੀਕ ਹੈ। ਸੋ ਲਾਈਨ ਨੂੰ ਕਿੱਦਾਂ ਲਿਖਾਂਗੇ? According to Kahlil Gibran, a true friend should have the qualities of pure love, mutual understanding, and selfless devotion. ਇੱਕ selfless devotion ਹੋਵੇ ਕਿ ਉਹ ਆਪਣਾ ਆਤਮ ਸਮਰਪਿਤ ਕਰਨ ਲਈ ਤਿਆਰ ਹੋਵੇ ਆਪਣੇ ਦੋਸਤ ਦੇ ਲਈ। Fourth question, a true friend is one with whom we can share our, ਇੱਕ ਸੱਚਾ ਦੋਸਤ ਕੌਣ ਹੁੰਦਾ ਹੈ ਜਿਹਦੇ ਨਾਲ ਅਸੀਂ ਆਪਣਾ ਕੀ ਸ਼ੇਅਰ ਕਰਦੇ ਹਾਂ? ਵੈਲਥ ਐਂਡ ਪ੍ਰੋਪਰਟੀ, ਫੇਮ ਐਂਡ ਪਲੈਜ਼ਰਸ, ਔਰ ਜੋਇਜ਼ ਐਂਡ ਸੋਰੋਜ਼। ਸੋ ਆਨਸਰ ਇਜ਼ ਜੋਇਜ਼ ਐਂਡ ਸੋਰੋਜ਼। ਦੁੱਖ ਅਤੇ ਖੁਸ਼ੀ ਸਾਨੂੰ ਅਸੀਂ ਜਿਹਨਾਂ ਸ਼ੇਅਰ ਕਰਦੇ ਹਾਂ ਉਹੀ ਟਰੂ ਫਰੈਂਡ ਹੁੰਦਾ ਆ, ਠੀਕ ਹੈ। ਸੋ ਇਸੇ ਹੀ ਤਰ੍ਹਾਂ ਅਸੀਂ ਹੁਣ ਇਸ ਪੋਇਮ ਦਾ ਸੈਂਟਰਲ ਆਈਡੀਆ ਵੀ ਕਰਾਂਗੇ। ਮੋਸਟ ਇੰਪੋਰਟੈਂਟ ਕੁਐਸਚਨ ਆ ਇਹ, ਠੀਕ ਹੈ। ਸੈਂਟਰਲ ਆਈਡੀਆ ਦੇ ਵਿੱਚ ਜਦੋਂ ਜਿੱਥੇ ਲਿਖਿਆ ਨਾ, ਦ ਪੋਇਮ ਗਲੋਰੀਫਾਈਜ਼ ਦ ਵਰਚੂਜ਼ ਐਂਡ ਐਡਵਾਂਟੇਜਸ ਆਫ ਹੈਵਿੰਗ ਫਰੈਂਡਸ, ਇਸ ਤੋਂ ਪਹਿਲਾਂ ਅਸੀਂ ਪੋਇਮ ਦਾ ਨੇਮ ਵੀ ਲਿਖ ਸਕਦੇ ਹਾਂ, ਬਟ ਮੋਸਟਲੀ ਉਹਨਾਂ ਨੇ ਉੱਪਰ ਕੁਐਸਚਨ 'ਚ ਦਿੱਤਾ ਹੁੰਦਾ ਕਿ ਰਾਈਟ ਦ ਸੈਂਟਰਲ ਆਈਡੀਆ ਆਫ ਦਿਸ ਪੋਇਮ। ਸੋ ਅਸੀਂ ਇਹਦੇ ਵਿੱਚ ਪੋਇਟ ਦਾ ਨੇਮ ਜੇ ਲਿਖਾਂਗੇ ਤਾਂ ਉਹ ਥੋੜ੍ਹਾ ਜ਼ਿਆਦਾ ਇਫੈਕਟਿਵ ਲੱਗੇਗਾ, ਠੀਕ ਹੈ। ਦਿਸ ਪੋਇਮ ਇਜ਼ ਰਿਟਨ ਬਾਏ ਦਿਸ ਪੋਇਟ, ਇੱਦਾਂ ਕਰਕੇ ਅਸੀਂ ਲਾਈਨ ਸਟਾਰਟ ਕਰਨੀ ਆ, ਓਕੇ। ਸੋ ਉਸ ਤੋਂ ਬਾਅਦ ਅਸੀਂ ਲਿਖਾਂਗੇ ਦ ਪੋਇਮ ਗਲੋਰੀਫਾਈਜ਼ ਦ ਵਰਚੂਜ਼ ਐਂਡ ਐਡਵਾਂਟੇਜਸ ਆਫ ਹੈਵਿੰਗ ਫਰੈਂਡਸ। ਕਹਿੰਦੇ ਇਹ ਕਵਿਤਾ ਮਿੱਤਰ ਬਣਾਉਣ ਦੇ ਗੁਣਾਂ ਅਤੇ ਹਿੱਤਾਂ ਨੂੰ ਗੌਰਵਮਈ ਕਰਦੀ ਆ। ਅ ਫਰੈਂਡ ਇਜ਼ ਗੋਡਸ ਵੇ ਆਫ ਆਨਸਰਿੰਗ ਆਰ ਨੀਡਸ। ਇੱਕ ਦੋਸਤ ਰੱਬ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਸਾਡੀਆਂ ਲੋੜਾਂ ਨੂੰ ਪੂਰਾ ਕਰਦਾ ਆ। ਵੀ ਨਰਚਰ ਅ ਬੌਂਡ ਆਫ ਫਰੈਂਡਸ਼ਿਪ ਵਿਦ ਲਵ। ਕਹਿੰਦੇ ਅਸੀਂ ਆਪਣੀ ਦੋਸਤੀ ਨੂੰ ਕਿੱਦਾਂ ਵਧਾਉਂਦੇ ਹਾਂ, ਅਸੀਂ ਨਰਚਰ ਕਿੱਦਾਂ ਕਰਦੇ ਹਾਂ, ਕਿੱਦਾਂ ਉਹਨੂੰ ਪਾਲਦੇ ਹਾਂ। ਪਲੋਜ਼ ਦੀ ਨਰਚਰਿੰਗ ਹੁੰਦਾ ਕਿਸੇ ਨੂੰ ਪਾਲਣਾ ਪਲੋਸਣਾ, ਕਿੱਦਾਂ ਕਰਦੇ ਹਾਂ ਆਪਣੀ ਫਰੈਂਡਸ਼ਿਪ ਤੇ ਲਵ ਦੇ ਨਾਲ, ਆਪਣੇ ਬੌਂਡ ਨੂੰ ਅਸੀਂ ਲਵ ਦੇ ਨਾਲ ਨਰਚਰ ਕਰਦੇ ਹਾਂ। ਇਨ ਰਿਟਰਨ ਵੀ ਗੈਟ ਥੈਂਕਸ। ਕਹਿੰਦੇ ਬਦਲੇ 'ਚ ਅਸੀਂ ਕੀ ਲੈਂਦੇ ਹਾਂ? ਥੈਂਕ ਯੂ, ਧੰਨਵਾਦ। ਅ ਫਰੈਂਡ ਗਿਵਸ ਅ ਸਪੋਰਟ ਇਨ ਆਲ ਟਾਈਮਸ। ਜਿਹੜਾ ਸਾਡਾ ਦੋਸਤ ਆ ਉਹ ਸਾਡੇ ਹਰੇਕ ਸਮੇਂ 'ਚ ਸਾਡੀ ਹੈਲਪ ਕਰਦਾ। ਹੀ ਗਿਵਸ ਅਸ ਵਾਰਮਥ ਇਨ ਟਰਬਲਡ ਟਾਈਮਸ। ਜਦੋਂ ਸਾਨੂੰ ਟਰਬਲ ਹੁੰਦੀ ਆ, ਕੋਈ ਦੁਵਿਧਾ 'ਚ ਹੁੰਦੇ ਆ, ਸੰਕਟ 'ਚ ਹੁੰਦੇ ਆ, ਮੁਸ਼ਕਿਲ ਸਮਿਆਂ 'ਚ ਹੁੰਦੇ ਤਾਂ ਉਦੋਂ ਸਾਨੂੰ ਨਿੱਘ ਪ੍ਰਦਾਨ ਕਰਦਾ। ਵਨ ਕੈਨ ਅਗਰੀ ਔਰ ਡਿਸਅਗਰੀ ਵਿਦ ਹਿਮ ਵਿਦਾਊਟ ਫੀਅਰ ਆਫ ਐਨੀ ਕਾਈਂਡ। ਕਹਿੰਦੇ ਕੋਈ ਵੀ ਇਨਸਾਨ ਆਪਣੇ ਦੋਸਤ ਤੋਂ ਅਗਰੀ ਹੋ ਸਕਦਾ ਜਾਂ ਡਿਸਅਗਰੀ ਹੋ ਸਕਦਾ ਬਿਨਾਂ ਕਿਸੇ ਡਰ ਤੋਂ। ਯਾਨੀ ਅਸੀਂ ਉਹਨੂੰ ਸਿੱਧਾ ਕਹਿ ਸਕਦੇ ਹਾਂ ਮੈਨੂੰ ਤੇਰੀ ਇਹ ਗੱਲ ਚੰਗੀ ਲੱਗੀ, ਸਿੱਧਾ ਅਸੀਂ ਉਹਨੂੰ ਇਹ ਵੀ ਕਹਿ ਸਕਦੇ ਨਾ ਮੈਨੂੰ ਨਹੀਂ ਤੇਰੀ ਗੱਲ ਪਸੰਦ ਆਈ, ਠੀਕ ਹੈ। ਅ ਫਰੈਂਡ ਕੈਨ ਰੀਡ ਆਰ ਥਾਟਸ ਈਵਨ ਇਫ ਵੀ ਡੂ ਨਾਟ ਐਕਸਪ੍ਰੈਸ ਹਿਮ। ਕਹਿੰਦੇ ਅ ਫਰੈਂਡ ਸਾਡੀ ਉਹ ਥਾਟ ਵੀ ਸਮਝ ਸਕਦਾ
ਜਿਹੜੀ ਥਾਟ ਅਸੀਂ ਉਹਨੂੰ ਬੋਲ ਕੇ ਵੀ ਨਹੀਂ ਦੱਸੀ, ਯਾਨੀ ਕਿ ਸਾਡੇ ਮਨ ਨੂੰ ਵੀ ਪੜ੍ਹ ਸਕਦਾ ਉਹ, ਜਿਹੜਾ ਸੱਚਾ ਦੋਸਤ ਹੋਵੇ। We can share our joys and sorrows with him to refresh our mind and heart। ਕਹਿੰਦੇ ਅਸੀਂ ਆਪਣੀਆਂ sorrows and joys ਉਹਦੇ ਨਾਲ ਸ਼ੇਅਰ ਕਰਦੇ ਹਾਂ ਤਾਂ ਜੋ ਕਿ ਅਸੀਂ ਆਪਣੇ ਦਿਮਾਗ ਨੂੰ ਅਤੇ ਦਿਲ ਨੂੰ ਕੀ ਕਰ ਸਕੀਏ, ਰੀਫਰੈਸ਼ ਕਰ ਸਕੀਏ। ਸੋ ਇਹ ਸੀ ਸਾਡੀ ਸੈਕਿੰਡ ਪੋਇਮ, ਠੀਕ ਹੈ, ਜਿਹੜੀ ਪੂਰੀ ਕੰਪਲੀਟ ਹੋ ਗਈ ਆ। ਸਾਰੇ ਕਨਸੈਪਟਸ ਇਹਦੇ ਵਿੱਚ ਕਲੀਅਰ ਕਰ ਦਿੱਤੇ ਗਏ ਆ। ਫਿਰ ਵੀ ਅਗਰ ਤੁਹਾਨੂੰ ਕੋਈ ਕੁਐਸਚਨ ਆ ਦੈਨ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪੁੱਛ ਸਕਦੇ ਆ। ਅਤੇ ਜੇ ਵੀਡੀਓਜ਼ ਚੰਗੀਆਂ ਲੱਗਦੀਆਂ ਲਾਈਕ ਕਰਨਾ ਨਾ ਭੁੱਲੋ, ਸ਼ੇਅਰ ਕਰੋ। ਐਂਡ ਥੈਂਕ ਯੂ ਸੋ ਮਚ।